ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਦੀ ਬਾਣੀ ਰਾਹੀਂ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਦਿਆਂ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ, ਹੇ ਸੱਚੇ ਪਾਤਸ਼ਾਹ, ਮੈਂ ਗਰੀਬ ਦੀ ਤੇਰੇ ਤੋਂ ਬਿਨਾਂ ਹੋਰ ਕੋਈ ਟੇਕ, ਹੋਰ ਕੋਈ ਆਸਰਾ ਨਹੀਂ ਹੈ। ਮੇਰਾ ਇੱਕੋ ਇੱਕ ਤੂੰ ਹੀ ਸਹਾਰਾ ਆਸਰਾ ਹੈ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ। ਹੇ ਵਾਹਿਗੁਰੂ, ਮੇਰੇ ਗਰੀਬ ਦੀ, ਮੇਰੇ ਨਿਮਾਣੇ ਦੀ ਤੇਰੇ ਤੋਂ ਬਿਨਾਂ ਕੋਈ ਟੇਕ ਨਹੀਂ ਹੈ। ਬਾਕੀ ਸਭ ਆਸਰੇ, ਬਾਕੀ ਸਭ ਟੇਕ ਇਹ ਤਾਂ ਬੇਕਾਰ ਨੇ, ਵਿਅਰਥ ਨੇ। ਸਤਿਗੁਰੂ ਰਹਿਮਤ ਕਰਕੇ ਸਮਝਾਉਂਦੇ ਕਿ ਹੇ ਵਾਹਿਗੁਰੂ, ਤੈਨੂੰ ਵੇਖ ਕੇ, ਤੇਰਾ ਦੀਦਾਰ ਕਰਕੇ ਇਹ ਮੇਰਾ ਮਨ ਧੀਰਜ ਫੜਦਾ ਹੈ। ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਮੇਰੇ ਮਨ ਨੂੰ ਧੀਰਜ ਆਉਂਦਾ ਹੈ ਜਦੋਂ ਮੈਂ ਤੇਰਾ ਦੀਦਾਰ ਕਰਦਾ ਵਾਂ, ਜਦੋਂ ਮੈਨੂੰ ਤੇਰਾ ਦਰਸ਼ਨ ਹੁੰਦਾ ਹੈ, ਤਦੋਂ ਮੈਨੂੰ ਧੀਰਜ ਆਉਂਦਾ ਹੈ। ਤੇਰੇ ਤੋਂ ਬਿਨਾਂ ਕਿਤੇ ਧੀਰਜ ਨਹੀਂ ਹੈ, ਤੇਰੇ ਤੋਂ ਬਿਨਾਂ ਕਿਤੇ ਸੁੱਖ ਨਹੀਂ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਹੈ। ਇਸ ਸੰਸਾਰ ਵਿੱਚ ਸੰਸਾਰ ਦੇ ਲੋਕਾਂ ਨੂੰ ਮਾਇਆ ਦੇ ਆਸਰੇ ਹੋ ਸਕਦੇ ਨੇ। ਸਤਿਗੁਰੂ ਕਹਿੰਦੇ, ਕਿਸ ਹੀ ਕੋਈ ਕੋਏ ਮੰਝ ਨਿਵਾਣੀ ਇੱਕ ਤੂੰ। ਕਿਸੇ ਨੂੰ ਕੋਈ ਆਸਰਾ ਹੈ, ਕਿਸੇ ਨੂੰ ਕੋਈ। ਕਿਸੇ ਨੂੰ ਇਸ ਗੱਲ ਦਾ ਆਸਰਾ ਹੈ ਕਿ ਮੇਰੇ ਕੋਲ ਪੈਸਾ ਬਹੁਤ ਹੈ, ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ। ਕਿਸੇ ਨੂੰ ਇਸ ਗੱਲ ਦਾ ਆਸਰਾ ਹੈ ਕਿ ਮੇਰਾ ਭੈਣ ਭਾਈ ਕੋਈ ਬਹੁਤ ਵੱਡੇ ਅਹੁਦੇ ਤੇ ਲੱਗਾ ਹੋਇਆ ਹੈ। ਕਿਸੇ ਨੂੰ ਇਸ ਗੱਲ ਦਾ ਆਸਰਾ ਹੈ ਕਿ ਮੇਰਾ ਬਾਪ ਬੈਠਾ ਹੈ, ਉਹ ਸਭ ਕੁਝ ਕਰ ਲਏਗਾ। ਕਿਸੇ ਨੂੰ ਕੁਛ ਆਸਰਾ ਹੈ, ਕਿਸੇ ਨੂੰ ਕੁਛ। ਸਤਿਗੁਰੂ ਕਹਿੰਦੇ, ਇਹ ਸਭ ਆਸਰੇ ਝੂਠੇ ਨੇ, ਕਿਉਂਕਿ ਇਹਨਾਂ ਸਭ ਆਸਰਿਆਂ ਵਿੱਚੋਂ ਕੋਈ ਵੀ ਆਸਰਾ ਐਸਾ ਨਹੀਂ ਜਿਹੜਾ ਸਾਡੀ ਰੂਹ ਦਾ ਆਸਰਾ ਬਣ ਸਕੇ, ਜਿਹੜਾ ਸਾਡੀ ਜਿੰਦ ਦਾ ਸਹਾਰਾ ਹੋ ਸਕੇ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਸ ਲਈ ਹੇ ਵਾਹਿਗੁਰੂ, ਸਭ ਕੁਝ ਹੋਣ ਦੇ ਬਾਵਜੂਦ ਵੀ ਮੇਰੇ ਕੋਲ ਕੁਝ ਨਹੀਂ ਹੈ। ਮੈਂ ਬੜਾ ਗਰੀਬ। ਗਰੀਬ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਸ ਬੰਦੇ ਕੋਲ ਪੈਸੇ ਨਾ ਹੋਣ, ਕਿ ਬੰਦੇ ਕੋਲ ਦੌਲਤ ਨਹੀਂ ਹੈ, ਗਰੀਬ ਆਦਮੀ ਹੈ। ਨਹੀਂ, ਗੁਰਮਤਿ ਵਿੱਚ ਗਰੀਬ ਦਾ ਮਤਲਬ ਹੈ ਕਿ ਜਿਸ ਦੇ ਕੋਲ ਸਭ ਕੁਝ ਹੈ ਪਰ ਉਸ ਸਭ ਕਾਸੇ ਦਾ ਹੰਕਾਰ ਨਹੀਂ ਹੈ, ਕਿ ਹਉਮੈ ਨਹੀਂ ਹੈ। ਜਿਹੜਾ ਹਉਮੈ ਤੋਂ ਬਿਨਾ ਹੈ, ਹੰਕਾਰ ਤੋਂ ਜੋ ਬਿਨਾ ਹੈ, ਉਹ ਗਰੀਬ ਹੈ। ਜ਼ਰੂਰੀ ਨਹੀਂ ਹੈ ਕਿ ਜਿਸ ਆਦਮੀ ਦੇ ਕੋਲ ਪੈਸਾ ਨਹੀਂ ਹੈ ਉਹਦੇ ਕੋਲ ਨਿਮਰਤਾ ਵੀ ਹੋਵੇਗੀ। ਇਹ ਜ਼ਰੂਰੀ ਨਹੀਂ ਹੈ ਕਿ ਜਿਸ ਆਦਮੀ ਦੇ ਕੋਲ ਦੌਲਤ ਨਹੀਂ ਹੈ ਉਹਦੇ ਕੋਲ ਹੰਕਾਰ ਵੀ ਨਹੀਂ ਹੈ। ਜ਼ਰੂਰੀ ਨਹੀਂ ਹੈ, ਕਿਉਂਕਿ ਹੰਕਾਰ ਦਾ, ਹਉਮੈ ਦਾ ਸੰਬੰਧ ਜੇ ਅਸੀਂ ਸਮਝੀਏ ਕਿ ਚੀਜ਼ਾਂ ਨਾਲ ਹੀ ਹੁੰਦਾ ਹੈ, ਕਿ ਚੀਜ਼ਾਂ ਹੁੰਦੀਆਂ ਤਾਂ ਹੀ ਹੰਕਾਰ ਹੁੰਦਾ, ਨਹੀਂ। ਜਿਨ੍ਹਾਂ ਕੋਲ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਦੇ ਕੋਲ ਵੀ ਹੰਕਾਰ ਹੁੰਦਾ। ਜਿਨ੍ਹਾਂ ਕੋਲ ਪੈਸਾ ਦੌਲਤ ਨਹੀਂ ਹੁੰਦਾ ਉਹਨਾਂ ਕੋਲ ਵੀ ਹੰਕਾਰ ਹੁੰਦਾ। ਹਉਮੈ ਵਾਸਤੇ ਸਿਰਫ ਚੀਜ਼ਾਂ ਹੀ ਨਹੀਂ ਚਾਹੀਦੀਆਂ,
इन्हां तो बिना भी हौमे हो जाती है। बहुत सारे लोग जिहड़े घर बार छड्ड जांदे ने उन्हां नूं इस गल दा ही हंकार मार लैंदा कि असीं सब कुछ छड्ड दित्ता है। इसलिए गरीबी का मतलब है निमरता, कि हंकार नहीं, मैं तो बिना, मैं तो हीणा। जदों असी मैं तो खाली हो जाते हैं, गरीब हो जाते हैं, सतगुरु कहते फिर गल बनती है। हे सच्चे पातशाह, मेरा गरीब दा तेरे बिना होर कोई नहीं है। मैं गरीब सच टेक तो, मेरे सतगुर पूरे। हे सच्चे पातशाह, मेरे गरीब दी सिर्फ तू टेक है, सिर्फ तू, तेरे तो बिना होर कोई टेक नहीं है। गुरु नानक साहब महाराज भाई लैणे नूं बहुत परखदे रहे। सतगुरु ने परखिया सारियां सिखां नूं, पर परख विच पूरा भाई लैणा उतरिया। जो चोट नूं सह सकिया, जो कसवट्टी ते पूरा उतर सकिया। सिख बहुत ने, ख्याल रखना कि गिणती नाल कदे कोई फर्क नहीं पैंदा कि गिणती कितनी ज़्यादा है, कि गिणती कितनी है, कि किन्ने हज़ारां लोग गुरु नाल जुड़े ने। इस गल नाल कोई फर्क नहीं पैंदा। फर्क इस गल नाल पैंदा है कि जदों गुरु कुछ कहे तो गुरु की गल ते तुरन वाले किन्ने ने। हज़ारां लोग गुरु नानक साहब दे मगर तुर रहे सन, पर सिर्फ ते सिर्फ भाई लैणा गुरु नानक साहब महाराज जी दी कहनी दे उपर पूरा उतरिया, बाकी नहीं। क्योंकि भाई लैणे ने ये गल गुरु नानक साहब महाराज जी दे सामने प्रगट की कि मेरा तुहाडे तो बिना होर कोई आसरा होर है ही नहीं। गुरु नानक साहब महाराज एक दिन अचानक दरबार लग्या होया सी, सतगुरु उठे तो उठ के बाहर नूं चल पे, बाहर नूं तुर पे। किसी नूं नहीं दस्सिया कि कित्थे जाना है कित्थे नहीं जाना, चल पे। गुरु नानक साहब महाराज जी दे मगर मगर सिख संगतां भी चल पईयां। कईयां नूं लग्या कि गुरु साहब वैसे ही टहलण गए होणगे, वापस मुड़ आउणगे, इसलिए पिछे की करना, वापस आ ही जाना है, चलो इत्थे सेवा कर लैने थोड़ी बहुत। कुछ सिख गुरु साहब दे मगर हो तुरे, काफ़ी संगत उन्हां दे मगर चल पई। गुरु साहब करतारपुर दी जूह तो बाहर चले गए, करतारपुर दी हद तो बाहर, इसलिए कुछ सिख वापस मुड़ आए कि गुरु साहब शायद किधरे गए होणगे, वापस आ जाणगे शाम तक या थोड़ी देर तक, इसलिए कुछ वापस मुड़ आए। कुछ पिछे चलते रहे, जदों देखा कि गुरु साहब तो रुकण का नाम ही नहीं लै रहे, तो कुछ थक के उत्थे बैठ गए कि गुरु साहब तो रुकते ही नहीं। थक गए, टुट गए, डिग पे, उत्थे बैठ गए। कुछ वापस परत गए, पिछे सिर्फ एक दो सिख बचे, भाई लैणा ते बाबा बुढ़ा, दोनों पिछे आ रहे हैं। गुरु नानक साहब महाराज जी ने साखीकार कहते हैं कि पत्थर चुकया तो पिछां नूं मारिया, बाबा बुढ़ा जी दे पत्थर वजा, तो गुरु साहब ने कहा कि भाई वापस मुड़ जाओ, साढ़े पिछे ना आवो, साढ़े पिछे आओगे तो इसे तरह दुख सहना पवेगा, इसे तरह चोट सहनी पवेगी, बर्दाश्त करना पवेगा, ये सारा दुख, ये सारियां तकलीफां, क्योंकि इस मार्ग ते जिहड़ा चलदा है उस नूं इस तरह चोट खानी ही पैंदी है। वापस मुड़ जाओ, पर वो वापस ना मुड़े। बाबा बुढ़ा जी उन्हां दे चोट वजी, वो उत्थे बैठ गए। गुरु अंगद साहब अगे चल पे, गुरु नानक देव महाराज ते बाबा लैणा जी, गुरु अंगद साहब महाराज वो पिछे पिछे।
थोड़ी दूर जाके गुरु नानक साहब ने कहा कि भाई तू क्यों नहीं वापस जाता, तू भी वापस मुड़, कि तेनू भी कुछ होर चाहिए। उसने कहा जी मैनू कुछ नहीं चाहिए, पर मैं वापस नहीं जाना। गुरु नानक साहब ने कहा कि सब तो मुड़ गए वापस, इत्थे उजाड़ जंगल विच कुछ भी नहीं है, सब मुड़ गए, तेनू भी मुड़ना चाहिए। क्योंकि सारियां दी मत यही है, सारियां दी सियाणप यही कहती है कि मुड़ना चाहिए, तो सब मुड़ गए तो तू भी मुड़। तो भाई लैणे ने कहा कि सच्चे पातशाह मेरा तुहाडे तो बिना होर कोई है ही नहीं, मैं जिहदे कोल जावांगा, तुसी जिथे जाओगे मैं तुहाडे मगर मगर ही चलांगा, तुसी जिथे लै जाओगे मैं उत्थे चलांगा। गुरु नानक साहब कहते मैं तो तेनों मूँह मौत के मूँह विच लै जाएगा, तू जाएगा। भाई लैणे ने कहा कि जे तुसी ले जाण वाले हो तो फिर चले जावांगे, क्योंकि जिथे गुरु है सिख उत्थे ही है। गुरु अंगद साहब महाराज ने आख्या, भाई लैणे ने कहा कि सच्चे पातशाह मेरा तुहाडे तो बिना कोई नहीं है, जिहदा जो आसरा है वो उत्थे टिक गया, जिन्हों जो सहारा है वो उत्थे रुक गया, पर मेरा तेरे तो बिना कोई सहारा नहीं है, इसलिए मैं पिछा नहीं रुकिया। सतगुरु कहते मैं गरीब सच टेक तू मेरे सतगुर पूरे। हे मेरे सतगुरु मेरी गरीब दी तेरे तो बिना कोई टेक नहीं है, कोई आसरा नहीं है। मैं बड़ा कुछ करके वेख लिया, पर तेरे तो बिना कोई नहीं है जिहड़ा मेरे दुख विच सुख विच मेरे नाल खड़ो सके। तू ही इको एक ऐसा है जिहड़ा हर वेले साडे नाल खड़ोंदा है। तू ही इको एक है जिहड़ा साडे जन्म वेले भी, साडे जन्म तो पहलां भी, जन्म तो बाद भी, मौत वेले भी ते मौत तो बाद भी, इस जीवन विच भी हमेशा साडे नाल है। इसलिए सिर्फ तेरा आसरा, देख तुम्हारा दर्शनो मेरा मन धीरे। हे वाहिगुरू तेरा दर्शन वेख के, तेरा दीदार करके ये मन धीरज पड़ता है, तेरे नाल जुड़ के ही मन नूं टिका आउंदा है, उस तो बिना मन टिकदा ही नहीं, मन नूं धीरज आउंदा ही नहीं। चाहे जो मर्जी हासिल कर लवां, चीज़ां मिल जाण मन राजी नहीं हुंदा, वस्तुआं मिल जाण मन राजी नहीं हुंदा। पहला लगता है कि फलानी चीज़ नहीं है, वो मिलेगी तो मन खुश होएगा, वो मिल जाती मन फिर भी खुश नहीं होता। क्योंकि जदों तक तेनू वेख ना लवां, जदों तक तेरे दर्शन ना कर लवां, उदों तक मन धीरज नहीं फड़ता है। इसलिए कृपा कर अपने चरणों नाल जोड़। सतगुरु कहते कोई ना किसे ही संग काहे गर्भी है। सतगुरु कहते कोई बंदा कदे किसे दे नाल नहीं निभदा हमेशा, इसलिए किस गल दा हंकार करना। सतगुरु कहते ये हौमै करनी कि ये मेरा भाई है, ये मेरा मित्र है, मेरा दोस्त है, ये मेरा रिश्तेदार है, मैनू इहदे ते माण है। सतगुरु कहते किस गल दा माण, काहे गर्भ है, किस गल दा गर्भ, किहड़ी गल दा, कि उच्चे अहुदे ते लग्या इस करके, ये मशहूर हो गया तां इस गल दा माण है। जदों वो आदमी मशहूर नहीं सी, उच्चे रुतबे ते नहीं सी, उदों उहनूं कौन पुछदा सी। साडी दुनिया ऐसी है कि रिश्तेदार जे कंगाल होवे ना तां उहनूं लोक मिलदे वरतदे भी नहीं। जे वो किते वधिया कार विहार करन लग जाए, चार पैसे उहदे कोल आ जाण तां लोग भी मिलण वरतन लग जांदे ने, रिश्तेदार मिलण वरतन लग जांदे ने कि चार पैसे आ गए। क्योंकि ये साडा संसार ये माया दे नाल ही जुड़िया होया है, ये लैण देण नाल ही जुड़िया होया है। सतगुरु समझाउंदे, सतगुरु कहंदे तू किस दे उत्ते हंकार करना है, किस दे उत्ते। सतगुरु गुरु रामदास महाराज दा बचन है। सतगुरु कहंदे किसे ने इस गल दा आसरा समझिया कि मेरा जवाई, मेरा भाई वो कोई वड्डे अहुदे दा मालक है, किसे ही धड़ा किया मित्र सके नाल जवाई। किसे ने धड़ा कर लिया अपने मित्र नाल, किसे ने धड़ा कर लिया अपने जवाई नाल, किसे ने धड़ा कर लिया अपने किसी साख संबंधी नाल। ऐसा ही है ना कि बंदा अपने
ਆਲੇ ਦੁਆਲੇ ਦੇਖਦਾ ਕਿ ਕਿਹੜਾ ਬੰਦਾ ਕਿੱਥੇ ਲੱਗਾ ਹੋਇਆ, ਕਿਹੜਾ ਬੰਦਾ ਕਿਸ ਰੁਤਬੇ ਤੇ ਪਹੁੰਚਿਆ ਹੋਇਆ। ਜਦੋਂ ਉਹ ਰੁਤਬੇ ਤੇ ਨਹੀਂ ਸੀ ਉਦੋਂ ਉਹਦੇ ਨਾਲ ਕੋਈ ਸਾਂਝ ਨਹੀਂ, ਪਰ ਜਦੋਂ ਰੁਤਬੇ ਤੇ ਆ ਗਿਆ ਉਦੋਂ ਲੋਕ ਉਹਦੇ ਨਾਲ ਰਿਸ਼ਤੇਦਾਰੀ ਕੱਢ ਲੈਂਦੇ ਨੇ। ਤੁਸੀਂ ਵੇਖਣਾ ਕਿ ਜਦੋਂ ਤੁਸੀਂ ਕਿਸੇ ਉੱਚੇ ਅਹੁਦੇ ਤੇ ਪਹੁੰਚ ਜਾਵੋ ਤਾਂ ਜਿਹੜੇ ਲੋਕ ਤੁਹਾਨੂੰ ਨਹੀਂ ਵੀ ਜਾਣਦੇ ਉਹ ਵੀ ਤੁਹਾਡੇ ਨਾਲ ਕਿਸੇ ਤਰ੍ਹਾਂ ਰਿਸ਼ਤੇਦਾਰੀ ਕੱਢ ਲੈਣਗੇ, ਦੂਰੋਂ ਨੇੜਿਓਂ ਦੀ, ਦੂਰ ਨੇੜੇ ਦੀ ਰਿਸ਼ਤੇਦਾਰੀ ਕੱਢ ਹੀ ਲੈਣਗੇ ਕੋਈ ਨਾ ਕੋਈ। ਸਤਿਗੁਰੂ ਕਹਿੰਦੇ ਦੁਨੀਆ ਐਸੀ ਹੈ, ਇਹ ਸੰਸਾਰ ਐਸਾ ਹੈ, ਇਸ ਲਈ ਕਿਸ ਗੱਲ ਦਾ ਹੰਕਾਰ ਕਰਨਾ, ਕਿਸ ਗੱਲ ਦਾ। ਕੋਈ ਨਾ ਕਿਸੇ ਹੀ ਸੰਗ, ਚਾਹੇ ਕੋਈ ਜਿੰਨਾ ਮਰਜ਼ੀ ਤਕੜਾ ਹੋਵੇ, ਕੋਈ ਜਿੰਨਾ ਮਰਜ਼ੀ ਇੱਕ ਦੂਸਰੇ ਨੂੰ ਮੋਹ ਪਿਆਰ ਕਰਨ ਵਾਲਾ ਹੋਵੇ, ਸਤਿਗੁਰੂ ਕਹਿੰਦੇ ਕੋਈ ਕਦੇ ਕਿਸੇ ਦੇ ਨਾਲ ਨਹੀਂ ਜਾਂਦਾ, ਕੋਈ ਕਦੇ ਕਿਸੇ ਦੇ ਨਾਲ ਨਹੀਂ ਨਿਭਦਾ। ਇਹ ਸਭ ਉਨੀ ਦੇਰ ਤੱਕ ਹੀ ਨੇ ਸਾਕ ਸੰਬੰਧ ਜਿੰਨੀ ਦੇਰ ਤੱਕ ਸਾਡਾ ਸਰੀਰ ਟਿਕਿਆ ਹੋਇਆ, ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਨੇ ਉਨੀ ਦੇਰ ਤੱਕ ਹੀ ਸਭ ਰਿਸ਼ਤੇ ਨੇ। ਅਸੀਂ ਅਕਸਰ ਕਹਿੰਦੇ ਹਾਂ ਜੀਵਨ ਸਾਥੀ, ਜਦੋਂ ਤੱਕ ਜੀਵਨ ਹੈ ਉਦੋਂ ਤੱਕ ਹੀ ਕੋਈ ਸਾਥੀ ਹੁੰਦਾ ਹੈ। ਜਿਸ ਦਿਨ ਜੀਵਨ ਖਤਮ ਹੋ ਗਿਆ ਉਸ ਦਿਨ ਸਾਥੀ ਵੀ ਖਤਮ ਹੋ ਗਏ। ਪਤਨੀ, ਬੱਚੇ, ਮਾਂ-ਬਾਪ, ਭੈਣ ਭਰਾ, ਮਿੱਤਰ ਸੱਜਣ, ਇਹ ਸਭ ਜੀਵਨ ਦੇ ਸਾਥੀ ਨੇ। ਜਿਵੇਂ ਜਿਵੇਂ ਸਾਡਾ ਜੀਵਨ ਅੱਗੇ ਵੱਧਦਾ ਜਾਂਦਾ ਹੈ ਉਵੇਂ ਉਵੇਂ ਸਾਡੇ ਸੰਗ ਸਾਥ, ਉਵੇਂ ਉਵੇਂ ਇਹਨਾਂ ਦਾ ਸਾਥ ਸਾਡੇ ਨਾਲ ਚੱਲਦਾ ਹੈ। ਪਰ ਜਿਵੇਂ ਜਿਵੇਂ ਅਸੀਂ ਇਸ ਸੰਸਾਰ ਵਿੱਚੋਂ ਜਾਂਦੇ ਹਾਂ ਉਵੇਂ ਉਵੇਂ ਸਾਡੇ ਰਿਸ਼ਤੇ ਵੀ ਨਾਲ ਦੀ ਨਾਲ ਮਿਟਦੇ ਜਾਂਦੇ, ਖਤਮ ਹੁੰਦੇ ਜਾਂਦੇ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਇਹ ਸਭ ਸਾਕ ਸੰਬੰਧ ਇਹ ਕੋਈ ਕਿਸੇ ਵਿੱਚੋਂ ਨਾਲ ਨਹੀਂ ਨਿਭਦਾ। ਮਰਨ ਵੇਲੇ ਕੌਣ ਸਾਡੇ ਨਾਲ ਜਾਂਦਾ ਹੈ? ਕੋਈ ਵੀ ਤੇ ਨਹੀਂ, ਕੋਈ ਪਤਨੀ ਨਹੀਂ, ਕੋਈ ਪਤੀ ਨਹੀਂ, ਕੌਣ ਕਿਹਦੇ ਨਾਲ ਜਾਂਦਾ ਹੈ? ਕਦੇ ਵੀ ਨਹੀਂ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ, ਐਸਾ ਹੰਕਾਰ ਨਾ ਕਰ, ਗਰਬ ਨਾ ਕਰ ਕਿ ਮੈਨੂੰ ਬੜਾ ਮਾਣ ਹੈ ਮੈਨੂੰ ਫਲਾਣੇ ਬੰਦੇ ਉੱਤੇ। ਸਤਿਗੁਰੂ ਕਹਿੰਦੇ ਕਿਸੇ ਨੇ ਤੇਰਾ ਸਹਾਈ ਨਹੀਂ ਹੋਣਾ, ਰੂਹ ਦਾ ਸਾਥੀ ਕਿਸੇ ਨੇ ਵੀ ਨਹੀਂ ਬਣਨਾ। ਉਸ ਵਕਤ ਉੱਥੇ ਇਕੱਲਿਆਂ ਹੀ ਜਾਣਾ ਪੈਂਦਾ, ਇਸ ਮਾਰਗ ਤੇ ਇਕੱਲਿਆਂ ਹੀ ਤੁਰਨਾ ਪੈਂਦਾ, ਕੋਈ ਨਹੀਂ ਨਾਲ ਜਾਂਦਾ। ਹਾਂ, ਸਭ ਛੱਡਣ ਜਾਂਦੇ ਨੇ, ਸ਼ਮਸ਼ਾਨ ਘਾਟ ਤੱਕ ਛੱਡਣ ਜਾਣਗੇ ਲੋਕ, ਪਰ ਨਾਲ ਕੋਈ ਨਹੀਂ ਜਾਂਦਾ, ਛੱਡਣ ਵਾਲੇ ਹੀ ਨੇ ਬਸ। ਇਸ ਲਈ ਸਤਿਗੁਰੂ ਸਮਝਾਉਂਦੇ ਉਹ ਇੱਕ ਐਸਾ ਆਖਰੀ ਸਟੇਸ਼ਨ ਹੈ, ਆਖਰੀ ਸਟਾਪ ਹੈ ਕਿ ਉੱਥੋਂ ਵਾਪਸੀ ਨਹੀਂ ਹੈ। ਹੋਰ ਜਿੰਨੇ ਬੱਸ ਸਟੈਂਡ ਹੈ, ਰੇਲਵੇ ਸਟੇਸ਼ਨ ਹੈ, ਏਅਰਪੋਰਟ ਹੈ, ਉੱਥੇ ਲੋਕ ਛੱਡਣ ਵੀ ਜਾਂਦੇ ਨੇ ਤੇ ਉੱਥੋਂ ਲੈਣ ਵੀ ਜਾਂਦੇ ਨੇ। ਤੁਸੀਂ ਬੱਸ ਸਟੈਂਡ ਤੋਂ ਬਹੁਤ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਗਏ ਹੋਵੋਗੇ, ਸਟੇਸ਼ਨ ਤੋਂ ਲੈਣ ਗਏ ਹੋਵੋਗੇ, ਪਰ ਸ਼ਮਸ਼ਾਨ ਕਬਰਸਤਾਨ ਇੱਕ ਐਸੀ ਥਾਂ ਜਿੱਥੇ ਸਿਰਫ ਛੱਡ ਕੇ ਆਈਦਾ, ਉੱਥੋਂ ਲੈ ਕੇ ਕਦੇ ਨਹੀਂ ਕੋਈ ਵਾਪਸ ਆਇਆ। ਉੱਥੇ ਸਿਰਫ ਛੱਡ ਆਉਂਦੇ ਹਾਂ ਅਸੀਂ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਕਿਸ ਗੱਲ ਦਾ ਤੂੰ ਹੰਕਾਰ ਕਰਦਾ ਹੈ? ਕੋਈ ਨਾ ਕਿਸ ਹੀ ਸੰਗ ਕਾਹੇ ਗਰਬੀ ਹੈ, ਕਿਉਂ ਗਰਬ ਕਰਦਾ ਹੈ? ਏਕ ਨਾਮ ਆਧਾਰ ਭਉ ਜਲ ਤਰਵੀ ਹੈ। ਵਾਹਿਗੁਰੂ ਦਾ ਇੱਕੋ ਇੱਕ ਨਾਮ ਹੀ ਆਧਾਰ ਹੈ ਜਿਹਦੇ ਨਾਲ ਬੰਦਾ ਭਵ ਸਾਗਰ ਨੂੰ ਤਰ ਜਾਂਦਾ ਹੈ, ਜਿਹਦੇ ਨਾਲ ਅਸੀਂ ਇਸ ਸੰਸਾਰ ਸਮੁੰਦਰ ਨੂੰ ਪਾਰ ਲੱਗ ਜਾਂਦੇ ਹਾਂ। ਸਿਰਫ ਪਰਮੇਸ਼ਰ ਦਾ ਨਾਮ ਹੈ। ਇਹ ਰਿਸ਼ਤੇ, ਇਹ ਸਾਕ ਸੰਬੰਧ, ਇਹਨਾਂ ਦੇ ਮੋਹ ਵਿੱਚ ਤੇ ਬੰਦਾ ਇਸ ਸੰਸਾਰ ਵਿੱਚ ਹੀ ਉਲਝਿਆ ਰਹਿੰਦਾ ਹੈ। ਸਤਿਗੁਰੂ ਨੇ ਜ਼ਿਕਰ ਕੀਤਾ ਨਾ, ਸਤਿਗੁਰੂ ਕਹਿੰਦੇ ਜਿਹੜਾ ਬੰਦਾ ਇਸ ਜੀਵਨ ਵਿੱਚ ਮਾਇਆ ਦੇ ਬਾਰੇ ਸੋਚਦਾ ਰਹਿੰਦਾ ਉਹ ਫਿਰ ਸਰਪ ਜੋਨ ਵਿੱਚ ਚਲਿਆ ਜਾਂਦਾ। ਜਿਹੜਾ ਧੀਆਂ ਪੁੱਤਾਂ ਬਾਰੇ ਸੋਚਦਾ ਰਹਿੰਦਾ ਉਹ ਧੀਆਂ ਪੁੱਤਾਂ ਦੀ ਵਾਸਨਾ ਕਾਰਨ ਉਹ ਫਿਰ ਐਸੀ ਜੋਨ ਵਿੱਚ ਪੈਂਦਾ ਜਿੱਥੇ ਬਹੁਤ ਸਾਰੇ ਬੱਚੇ ਹੁੰਦੇ ਨੇ। ਸੂਕਰ ਜੋਨ ਬਲਬਲ ਔਤਰੈ। ਸਤਿਗੁਰੂ ਕਹਿੰਦੇ ਜਿਹੋ ਜੀ ਕਿਸੇ ਬੰਦੇ ਦੀ ਵਾਸਨਾ ਹੈ ਉਹ ਵਾਸਨਾ ਉਹਨੂੰ ਉਹੋ ਜਿਹਾ ਜਨਮ ਦੇ ਦਿੰਦੀ ਹੈ। ਇਸ ਲਈ ਸਾਡੀ ਵਾਸਨਾ ਹੀ ਸਾਨੂੰ ਅਗਾਂਹ ਲੈ ਕੇ ਜਾਂਦੀ ਹੈ।
अगले जन्म विच कह लो, जूना विच कह लो। इसलिए वासना तो जब तक मुक्ति नहीं मिलती तदों तक असीं कदे मुक्त नहीं हुंदे। असीं इस जीवन तो मुक्त नहीं हुंदे जदों तक वासना तो मुक्त नहीं हुंदे। इस करके सतगुरु कहंदे उस एक वाहिगुरू दे नाम तो बिना भवसागर नूं पार नहीं लंघिया जांदा। एक नाम आधार, सिर्फ उस वाहिगुरू दे नाम दा आधार, उहदा आसरा है, भौजल तर भी है भवसागर नूं तरन वास्ते। इस करके सतगुरु कहंदे मैं गरीब सच टेक तू मेरे सतगुर पूरे। हे सच्चे पातशाह मैं गरीब दी सिर्फ तू टेक है, तेरे तो बिना हे सतगुरु मेरा कोई होर आसरा कोई सहारा नहीं है। देख तुम्हारा दर्शनो मेरा मन धीरे, तेरा दर्शन देख के, तेरा दीदार करके मेरा मन धीरज फड़दा है, मेरा मन शांत हुंदा है। तैनूं वेख के, तैनूं जदों मैं वेखदा वां तदों मैनूं प्रसन्नता आउंदी है, तदों मैनूं आनंद आउंदा है। रहाओ राज माल जंजाल काज ना कितै गनो। सतगुरु कहंदे ये संसार दीआं वस्तुआं, ये राजमाल जिन्हां दी खातर असीं समुच्चा जीवन ला दिंदे आ। इन्हां चीज़ां दी खातर जो भी असीं धन माल इकट्ठा कीता है, ये पूरा जीवन ला के असीं जोड़िया। अपने जीवन दा बहुत सारा हिस्सा असीं पैसा कमाउण, घर बार बनाउण, चीज़ां इकट्ठियां करन, रुतबियां अहुदियां, इन्हां विच ही अपना जीवन असीं ज़्यादातर बतीत कीता है। ते सतगुरु कहंदे अखीर ये सारियां चीज़ां किसे काम नहीं आउंदियां, ये सब इत्थे धरियां धराइयां रह जांदियां। जिस घर नूं बनाउण वास्ते बंदे ने सारा जीवन ला दिता। ख्याल रखना कि घर इन्नी आसानी नाल नहीं बनदा कि जे कोई बंदा सोचे कि जी बड़ा सौखा काम है, घर इन्ने सौखियां नहीं कदे बनदे। हाँ कई बार ये जरूर लगता है कि गांह बंदे दे धीआं पुत्त सोचते कि किड्डी क वड्डी गल तुसीं घर बना लिया, पर जदों वो आप अपना घर बनाउण लगदा ना फिर उन्होंने पता लगता कि गल वड्डी है कि गल छोटी। ये तो एक दुनियावी घर है जिन्हों बनाउण वास्ते सारा जीवन लंघ जाता बंदे का, समूचा जीवन। और तुसीं वेखदे हो कि लोग 20-20 साल का 10-10 साल का लोन उही पूरा नहीं हुंदा, कि होम लोन ले लिया वो 10-10 साल 15-15 साल उही चलता रहिंदा। देखण नूं गल लगदी है कि कोई वड्डी गल नहीं जी, कोई नहीं बना लांगे, दे लवांगे लोन, करजा है कोई गल नहीं हौली हौली उतार लांगे, पर जीवन लंघ जाता है उसनूं उतारदिआं उतारदिआं। इसलिए घर बार बनाउंदिआं जीवन गुजर जाता है। सतगुरु कहंदे जिस घर बार नूं बनाउण विच समुच्चा जीवन लग जाता है, जदों ये जीवन खत्म हुंदा है तो ये घर बार इत्थे ही रह जाता है। ये चीज़ां ये सब इत्थे ही रह जांदियां। राज माल जंजाल, जिन्हां जंजालां विच बंदा फसिया होया सी, असीं सब जंजालां विच ही ते फसे आ। माया दा मोह, चीज़ां दा मोह, घर बार दा मोह, पत्नी बच्चों का मोह। सतगुरु कहते ये सारे जंजाल ने, इन्हां जंजालों में बंदा फसिया तो ये जंजाल ये भी सब छुट जाते हैं। फिर ये भी सब छुट जाते। जिहड़ा कहंदा सी कि मैं अपने पत्नी तो बिना या बच्चों तो बिना रह नहीं सकता, वो पत्नी बच्चे सब रह पाए पर उतर गया इस दुनिया तो। सतगुरु कहंदे जिहड़ा कहंदा सी मैं इन्हां तो बिना इन्हां नूं देखे बिना रोटी नहीं खांदा पानी नहीं पींदा, सतगुरु कहंदे रह गया सब, वो सब उत्थे दे उत्थे ही ने ते तुर गया इथों इस संसार तो। इसलिए सतगुरु समझाउंदे जरा सोझी कर कि ये जिस जंजाल विच तू फसिया, ये मोह दा जंजाल उन्नी देर तक ही है जिन्नी देर तक ये शरीर है। ये घर बार दा, ये माल असबाब दा, ये सिर्फ शरीर तक ही है। ख्याल रखना शरीर दे नाल ही चीज़ां दी कीमत है। साडे घर दे बाहर बहुत महंगी गड्डी खड़ी है, उहदी कीमत उन्नी देर तक है जिन्नी देर तक साडा शरीर चलदा फिरदा है। शरीर तुरिया फिरदा है तां ही तां गड्डी विच बैठेगा ना। बहुत सारे लोग ऐसे ने जिन्हां दे कोल गड्डियां ते बहुत ने पर गड्डी चला नहीं सकते, उहदे विच बैठ नहीं सकते,
क्योंकि शरीर हुण बीमार हो गया, रोगी हो गया, बुढ़ा हो गया, हुण ਉਹਦਾ सुख नहीं भोग पाਉਂਦਾ, हुण ਉਹਦਾ सुख नहीं भोगदा। ਅੱਤ ਦੀ गर्मी है तो ਅੱਤ ਦੀ गर्मी ਦੇ ਵਿੱਚ घर ਦੇ हर कमरे ਵਿੱਚ AC है, पर वो AC ਵਿੱਚ बह नहीं सकता, डॉक्टर ने मना किया कि चलाउणा नहीं, नॉर्मल पखे दे थल्ले रहना। इसलिए सुख सहूलत है, पर उस सुख सहूलत का भी कोई लाभ नहीं है, उसका भी कोई फायदा नहीं। इसलिए जदों तक साडा शरीर 9/9 है, उदों तक चीज़ों की अहमियत है, उदों तक चीज़ों का लाभ है। खाण पीण दियां सब चीज़ां ने, पर हुण शरीर बजुर्ग हो गया, हुण हर चीज़ शरीर खा नहीं सकता। जो जवानी विच खा लैंदा सी, हुण नहीं खा सकता। चाहुंदा है कि मैं वही कुछ खावां, पर हुण खा नहीं सकेगा। हुण वो तलिया, हुण वो खट्टा मिठा, हुण नहीं खाधा जाना। इसलिए सतगुरु कहंदे ये सारे जंजाल हुण किसे कारज नहीं। राज माल जंजाल काज ना किते गणो, ये किसे काम नहीं आउंदे जदों इस संसार तो तुरना पै जांदा है। हर कीर्तन आधार निश्चल ए तनो। सतगुरु कहंदे वाहिगुरू दा नाम, उहदा कीर्तन, उहदी सिफत सलाह, ये असल धन है। हर कीर्तन आधार, वाहिगुरू दे दी सिफत सलाह, उहदा कीर्तन, ये साडे जीवन दा आधार, साडे जीवन दा आसरा। निश्चल ये तनु, ये धन है जिहड़ा हमेशा रहन वाला है। कि असीं उस परमात्मा की किन्नी को सिफत सलाह की, उस वाहिगुरू दे किन्ने को गुण गाए, असीं किन्ना को उहदे नाम दा धन जोड़िया। जिहड़ा असीं धन जोड़िया ना, फिक्स डिपॉजिट करा रखे, वख-वख थाई असीं जो पैसे जोड़ रखे, उन्हां दी बहुती अहमियत नहीं पैण वाली, उन्हां दा बहुता मुੱਲ नहीं पैण वाला। सतगुरु कहंदे उत्थे जिथे है उत्थे रह जाना पिया वो, पर असल धन वाहिगुरू दा नाम है, वो जो बंदे ने कमाया नहीं, वो जो हासिल नहीं किया। सारी जिंदगी तो अपनी पैसा कमाउण ते लाई, चीज़ां हासिल करन ते लाई, वाहिगुरू दा नाम धन कित्थे कमाया? जो जीवन दा आधार सी, उस दे उत्ते ही सब टिकना सी। जिवें नीहां दे उत्ते ही घर टिकदा ना, मकान टिकदा, कंधां टिकदियां। सतगुरु कहंदे वाहिगुरू दा नाम ही तां साडे जीवन दी नींह सी, उही साडे जीवन दी नींव सी, ते उही मजबूत नहीं है, उही है ही नहीं। बस उपर चीज़ां ने ते वो चीज़ां सब ढह ढेरी हो जांदियां। फिर इस करके सतगुरु समझाउंदे, सतगुरु कहंदे इस नूं अपने हिरदे विच वसा, वाहिगुरू दे नाम धन, यही असल दौलत है। बाकी सब दौलतां इत्थे छुट जांदियां। मौत सब दौलत खोह लैंदी बंदे कोलों। जेते माया रंग तेत पछाविया, ये जिन्ने माया दे रंग ने, सतगुरु कहंदे ये माया दे रंग तां सिर्फ परछावां है। जिवें परछावां है कि साडी परछाई, साडे शरीर दा परछावां, वो किन्नी कु देर तक है? उन्नी देर तक जिन्नी देर तक साडे सिर ते चानण है, रोशनी है। बस तुसीं जरा ही तुसीं छावें आ जाओ, वो परछावां गया, खत्म। जिवें ही तुसीं घर विच आए, बाहर जदों सी घर दे बाहर सूरज तुहाडे सिर ते पै रिहा सी, शरीर ते पै रिहा सी, इसलिए परछावां बन रिहा सी। तुसीं घर विच आ गए, परछावां खत्म हो गया। सतगुरु कहंदे माया दा रंग ये परछावें वर्गा ही है। जेते माया रंग तेत पछाविया, ये सिर्फ परछावां है, ये परछाई है, ये हमेशा रहन वाली नहीं है। ये दिखाई दिंदा है कि शरीर दे नाल नाल चल रहा है, परछावां नज़र आउंदा है, पर उन्होंने पकड़न की कोशिश करो, उन्होंने फड़िया नहीं जा सकता। परछावें नूं कोई अज तक फड़ सकिया? कोई भी नहीं। पर परछावें दे मगर दुनिया भजदी रहिंदी, अक्सर दौड़दी रहिंदी, वो कदे पकड़ विच नहीं आउंदा। जिमें जिमें परछाई वधदी है, बंदे नूं लगदा है कि मैं बहुत वड्डा हो गया। मैं सुनिया एक कहानी छोटी जी कि एक लूंबड़ी
ਲੂੰਬੜੀ ਕਿੰਨੀ ਕੁ ਹੁੰਦੀ ਹੈ, ਛੋਟੀ ਜੀ ਤਾਂ ਹੁੰਦੀ ਵਿਚਾਰੀ। ਸਵੇਰੇ ਸਵੇਰੇ ਲੂੰਬੜੀ ਨੇ ਦੇਖਿਆ ਕਿ ਉਹਦਾ ਸਰੀਰ ਬਹੁਤ ਵੱਡਾ ਹੋ ਗਿਆ। ਕਿਉਂ? ਕਿਉਂਕਿ ਸਵੇਰੇ ਸਵੇਰੇ ਸਰੀਰ ਦਾ ਪਰਛਾਵਾਂ ਬਹੁਤ ਲੰਬਾ ਦਿਖਾਈ ਦਿੰਦਾ ਹੈ, ਕਿਉਂਕਿ ਸੂਰਜ ਚੜ੍ਹ ਰਿਹਾ ਹੁੰਦਾ ਹੈ ਹਾਲੇ। ਉਹਨੇ ਦੇਖਿਆ ਕਿ ਮੇਰਾ ਸਰੀਰ ਇੰਨਾ ਲੰਬਾ, ਮੈਂ ਇੰਨੀ ਵਿਸ਼ਾਲ ਹੋ ਗਈ। ਅੱਜ ਤਾਂ ਕੋਈ ਹਾਥੀ ਮਿਲੇ ਖਾਣ ਨੂੰ ਫਿਰ ਤ੍ਰਿਪਤੀ ਹੋਊ, ਫਿਰ ਰੱਜਾਂਗੀ ਮੈਂ ਜੇ ਹਾਥੀ ਮਿਲ ਜਾਏ ਖਾਣ ਨੂੰ। ਜਿਵੇਂ ਜਿਵੇਂ ਉਹ ਹਾਥੀ ਦੀ ਤਲਾਸ਼ ਵਿੱਚ ਜੰਗਲ ਵਿੱਚ ਤੁਰਨ ਲੱਗੀ, ਸੂਰਜ ਹੌਲੀ ਹੌਲੀ ਚੜ੍ਹਦਾ ਗਿਆ, ਤਾਂ ਹੌਲੀ ਹੌਲੀ ਸਿਰ ਤੇ ਆਉਂਦਾ ਗਿਆ। ਜਦੋਂ ਦੁਪਹਿਰ ਹੋਈ ਤਾਂ ਉਹ ਪਰਛਾਵਾਂ ਜਿਹੜਾ ਸਵੇਰੇ ਬਹੁਤ ਵੱਡਾ ਸੀ, ਉਹ ਹੁਣ ਛੋਟਾ ਜਿਹਾ ਰਹਿ ਗਿਆ। ਜਦੋਂ ਥੱਕ ਗਈ, ਟੁੱਟ ਗਈ, ਹਾਰ ਗਈ, ਤਾਂ ਉਸਨੇ ਸੋਚਿਆ ਕਿ ਭੁੱਖ ਕਰਕੇ ਮੈਂ ਸੁੰਗੜ ਗਈ, ਕਿ ਅੱਜ ਖਾਣ ਨੂੰ ਨਹੀਂ ਨਾ ਮਿਲਿਆ ਕੁਛ। ਜੇ ਹਾਥੀ ਮਿਲ ਜਾਂਦਾ ਫਿਰ ਤਾਂ ਸਵਾਦ ਆ ਜਾਂਦਾ, ਪਰ ਹੁਣ ਹਾਥੀ ਮਿਲਿਆ ਨਹੀਂ। ਹੁਣ ਤਾਂ ਕੋਈ ਚੂਹਾ ਹੀ ਮਿਲ ਜਾਵੇ, ਜਿੱਡਾ ਕੁ ਸਰੀਰ ਹੈ ਉਹਨਾਂ ਉਹਦੇ ਹਿਸਾਬ ਨਾਲ ਤਾਂ ਚੂਹਾ ਹੀ ਮਿਲ ਜਾਏ ਤਾਂ ਰੱਜ ਜਾਵਾਂਗੇ। ਅਸੀਂ ਲੋਕ ਆਪਣੇ ਹੰਕਾਰ ਦੇ ਪਰਛਾਵੇਂ ਨੂੰ ਹੀ ਦੇਖਦੇ ਰਹਿੰਦੇ ਹਾਂ। ਮਾਇਆ ਪਰਛਾਵਾਂ ਹੀ ਹੈ। ਜਿੰਨੀਆਂ ਵੱਡੀਆਂ ਚੀਜ਼ਾਂ ਉਨਾ ਵੱਡਾ ਸਾਡਾ ਹੰਕਾਰ, ਜਿੰਨਾ ਵੱਡਾ ਪਰਛਾਵਾਂ ਉਨਾ ਵੱਡਾ ਸਾਡਾ ਹੰਕਾਰ, ਕਿ ਮੇਰੇ ਕੋਲ ਬੜੀ ਮਾਇਆ ਹੈ। ਤੇ ਉਹ ਮਾਇਆ ਸਤਿਗੁਰੂ ਕਹਿੰਦੇ ਬਹੁਤੀ ਦੇਰ ਰਹਿੰਦੀ ਨਹੀਂ। ਅੱਜ ਹੈ, ਅੱਜ ਬਹੁਤ ਜ਼ਿਆਦਾ ਹੈ, ਹੋ ਸਕਦਾ ਕੱਲ ਨੂੰ ਬਹੁਤ ਘੱਟ ਹੋ ਜਾਏ। ਅੱਜ ਬਹੁਤ ਵੱਡਾ ਕਾਰੋਬਾਰ ਹੈ, ਹੋ ਸਕਦਾ ਕੱਲ ਨੂੰ ਕੁਛ ਵੀ ਨਾ ਹੋਵੇ। ਇਸ ਲਈ ਅੱਜ ਵੱਡਾ ਨਜ਼ਰ ਆਉਂਦਾ ਹੈ, ਕੱਲ ਨੂੰ ਛੋਟਾ ਹੋ ਸਕਦਾ ਹੈ। ਅੱਜ ਛੋਟਾ ਹੈ, ਉਹ ਕੱਲ ਨੂੰ ਵੱਡਾ ਦਿਖਾਈ ਦੇ ਸਕਦਾ ਹੈ। ਸਤਿਗੁਰੂ ਕਹਿੰਦੇ ਇਹ ਤਾਂ ਪਰਛਾਵਾਂ ਹੈ, ਇਹ ਤਾਂ ਮਾਇਆ ਦਾ ਰੰਗ ਹਮੇਸ਼ਾ ਨਹੀਂ ਰਹਿਣ ਵਾਲਾ ਹੈ। ਜੇਤੇ ਮਾਇਆ ਰੰਗ ਤੇਤ ਪਛਾਵਿਆ, ਸੁਖ ਕਾ ਨਾਮ ਨਿਧਾਨ ਹੈ। ਵਾਹਿਗੁਰੂ ਦਾ ਨਾਮ ਸੁੱਖਾਂ ਦਾ ਨਿਧਾਨ ਹੈ। ਸੁੱਖ ਦਾ ਖਜ਼ਾਨਾ, ਨਿਧਾਨ ਮਤਲਬ ਖਜ਼ਾਨਾ। ਸੁੱਖਾਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ। ਸੁੱਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ। ਗੁਰਮੁਖਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਗਾਇਆ, ਉਹਨੂੰ ਸਿਮਰਿਆ, ਉਹਨਾਂ ਨੂੰ ਸੁੱਖ ਹਾਸਲ ਹੋਇਆ, ਉਹਨਾਂ ਨੇ ਸੁੱਖ ਭੋਗਿਆ। ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ। ਹੇ ਸੱਚੇ ਪਾਤਸ਼ਾਹ, ਤੂੰ ਗੁਣਾਂ ਦਾ ਗਹੀਰ, ਤੂੰ ਗੁਣਾਂ ਦਾ ਨਿਧਾਨ, ਬੇਅੰਤ ਗੁਣਾਂ ਦਾ ਮਾਲਕ ਤੂੰ। ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ। ਸਤਿਗੁਰੂ ਕਹਿੰਦੇ ਹੇ ਜਿੰਦੇ, ਹੇ ਨਾਨਕ ਦੀ ਜਿੰਦੇ, ਨਾਨਕ ਦੇ ਜੀਅਰੇ, ਸਿਰਫ ਤੇ ਸਿਰਫ ਉਸ ਖਸਮ ਦਾ ਵਾਹਿਗੁਰੂ ਭਰੋਸਾ ਹੈ। ਉਹਦੇ ਤੋਂ ਬਿਨਾਂ ਕੋਈ ਹੋਰ ਭਰੋਸਾ ਨਹੀਂ, ਉਹਦੇ ਤੋਂ ਬਿਨਾਂ ਹੋਰ ਕੋਈ ਵਿਸ਼ਵਾਸ ਨਹੀਂ ਹੈ। ਖਿਆਲ ਰੱਖਣਾ ਕਿ ਜਿਹੜੇ ਵਿਸ਼ਵਾਸ ਸਾਨੂੰ ਦੁਨੀਆ ਕੋਲੋਂ ਮਿਲਦੇ ਨੇ ਉਹ ਝੂਠੇ ਹੁੰਦੇ ਨੇ, ਉਹ ਝੂਠੇ। ਜਿਹੜਾ ਵਿਸ਼ਵਾਸ ਸਾਡੇ ਅੰਦਰੋਂ ਪੈਦਾ ਹੁੰਦਾ ਉਹ ਹੀ ਸੱਚਾ ਹੁੰਦਾ ਹੈ, ਜਿਹੜਾ ਅਸੀਂ ਖੁਦ ਦੇਖ ਕੇ, ਖੁਦ ਜਾਣ ਕੇ ਕਰਦੇ ਹਾਂ, ਉਹ ਸੱਚਾ ਵਿਸ਼ਵਾਸ। ਇਸ ਲਈ ਕਹੇ ਕਹਾਏ ਕਿਸੇ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ। ਖੁਦ ਜਾਣੋ, ਖੁਦ ਉਸ ਨੂੰ ਸਿਮਰੋ, ਖੁਦ ਉਸ ਨੂੰ ਖੋਜੋ, ਫਿਰ ਉਹਦੇ ਤੇ ਵਿਸ਼ਵਾਸ ਕਰੋ। ਅਸੀਂ ਦੂਸਰਿਆਂ ਦੀਆਂ ਗੱਲਾਂ ਤੇ ਯਕੀਨ ਕਰ ਲੈਂਦੇ ਹਾਂ, ਇਸ ਕਰਕੇ ਦੁਖੀ ਹੁੰਦੇ ਹਾਂ। ਇਸ ਕਰਕੇ ਇਸ ਲਈ ਸਤਿਗੁਰੂ ਸਮਝਾਉਂਦੇ ਕਿ ਉਸ ਵਾਹਿਗੁਰੂ ਦਾ ਹੀ ਭਰੋਸਾ, ਆਸ ਭਰੋਸਾ ਖਸਮ ਕਾ, ਉਹਦੀ ਆਸ, ਉਹਦਾ ਹੀ ਭਰੋਸਾ, ਨਾ ਕਿਸੇ ਬੰਦੇ ਦੀ ਆਸ, ਨਾ ਕਿਸੇ ਬੰਦੇ ਦਾ ਭਰੋਸਾ। ਕਿਉਂਕਿ ਕੋਈ ਤੁਹਾਡੀ ਆਸ ਨਹੀਂ ਪੂਰੀ ਕਰ ਸਕਦਾ ਵਾਹਿਗੁਰੂ ਤੋਂ ਬਿਨਾਂ, ਕੋਈ ਸੁੱਖ ਨਹੀਂ ਦੇ ਸਕਦਾ ਉਸ ਪਰਮੇਸ਼ਰ ਤੋਂ ਬਿਨਾਂ, ਸਿਰਫ ਉਹੀ ਹੈ। ਸਤਿਗੁਰੂ ਕਹਿੰਦੇ ਮੈਨੂੰ ਸਿਰਫ ਤੇ ਸਿਰਫ ਉਸ ਵਾਹਿਗੁਰੂ ਦਾ ਹੀ ਭਰੋਸਾ ਹੈ। ਸਤਿਗੁਰੂ ਰਹਿਮਤ ਕਰੇ ਇਹ ਭਰੋਸਾ, ਇਹ ਪੱਕਾ ਵਿਸ਼ਵਾਸ ਸਾਡੇ ਅੰਦਰ, ਹਿਰਦੇ ਅੰਦਰ ਵਸੇ ਤੇ ਹਿਰਦੇ ਤੋਂ ਉਪਜੇ, ਤੇ ਅਸੀਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਸਕੀਏ, ਜਾਣ ਸਕੀਏ ਤੇ ਭਰੋਸਾ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।